ਜਿਹੜਾ ਵੀ ਸਾਡਾ ਉਰੇ ਕਹਿੰਦਾ ਕਹਾਉਂਦਾ ਨੁਮਾਇੰਦਾ ਬਣ ਕੇ ਜਾਂਦਾ ਸੀ ਉਹ ਸੈਂਟਰ ਨਾਲ ਆਰਐਸਐਸ ਬੀਜੇਪੀ ਕਾਂਗਰਸ ਦੀ ਸੋਚ ਨਾਲ ਮਿਲ ਕੇ ਸਾਨੂੰ ਵੇਚ ਦਿੰਦਾ ਸੀਗਾ, ਆਪਣੀਆਂ ਜਾਇਦਾਦਾਂ ਬਣਾ ਲੈਂਦਾ ਸੀਗਾ। ਮੈਂ ਉਹਨਾਂ ਨੂੰ ਪ੍ਰਧਾਨ ਨਹੀਂ ਸਮਝਦਾ ਕਿਉਂਕਿ ਜਿਹੜਾ ਐਸਜੀਪੀਸੀ ਦਾ ਚੋਣ ਹੈ ਹਰੇਕ 5 ਸਾਲ ਬਾਅਦ ਹੋਣਾ ਚਾਹੀਦਾ ਹੈ ਔਰ ਇਹ ਬਿਲਕੁਲ ਇਹਨਾਂ ਨੇ ਖਤਮ ਕਰਤੀ ਹੈ ਐਸਜੀਪੀਸੀ। 12 ਸਾਲ ਹੋ ਗਏ ਕੋਈ ਚੋਣ ਨਹੀਂ ਹੋਇਆ। ਐਸਜੀਪੀਸੀ ਨੇ ਉੱਥੇ ਆਪਣੇ ਬੰਦੇ ਖੜਾ ਕੇ ਗੋਲੀਆਂ ਚਲਾ ਕੇ ਗੈਰ ਕਾਨੂੰਨੀ ਤੌਰ ਤੇ ਤਲਵਾਰਾਂ ਨਾਲ ਪ੍ਰਧਾਨ ਸਾਹਿਬ ਦੀ ਪੱਗ ਵੀ ਲਾਈ, ਸਾਨੂੰ ਮਾਰਿਆ ਕੁੱਟਿਆ। ਤੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਸੀਗੇ ਉਹ ਕਹਿੰਦੇ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮੰਨਦੇ। ਤੇ ਇਹ ਗੱਲ ਹੁਣ ਇਹਨਾਂ ਨੂੰ ਵਿਚਾਰਨੀ ਪੈਣੀ ਹੈ। ਗੁਰੂ ਗ੍ਰੰਥ ਸਾਹਿਬ ਦੇ ਅਧੀਨ ਪਾਠ ਦਾ ਭੋਗ ਪਾ ਰਹੇ ਸੀ, ਉੱਥੇ ਸ਼ਰਾਬ ਪੀ ਕੇ ਡੁੱਲਦਾ ਫਿਰਦਾ ਸੀਗਾ। ਫਿਰ ਉਹ ਕਹਿੰਦਾ ਐਸਜੀਪੀਸੀ ਨੂੰ ਮੱਥਾ ਟੇਕ ਕੇ ਪੈਸੇ ਨਹੀਂ ਚੜਾਣੇ ਹੈਗੇ। ਆਪਣੇ ਨੋਟਾਂ ਦੇ ਉੱਤੇ ਮਾਤਾ ਸਤਿਕਾਰਯੋਗ ਲక్ష్ਮੀ ਨੂੰ, ਹਿੰਦੂ ਧਰਮ ਦੇ ਸਤਿਕਾਰਯੋਗ ਲక్ష్ਮੀ ਨੂੰ ਨੋਟ ਦੇ ਉੱਤੇ ਚੜਾ ਕੇ ਉਹਦੇ ਹੁਣ ਸਾਨੂੰ ਮੱਥੇ ਟਿਕਾਉਣਗੇ ਗੁਰਦੁਆਰੇ ਦੇ ਵਿੱਚ, ਜਿਹਦੇ ਵਿੱਚੋਂ ਐਸਜੀਪੀਸੀ ਨੇ ਇਹ ਮੂਰਤੀਆਂ ਕੱਢ ਕੇ ਆਪਣੇ ਗੁਰੂ ਘਰ ਆਜ਼ਾਦ ਕਰਾਏ ਸੀਗੇ। ਇਹਨਾਂ ਨੇ ਆਪਣੇ ਮੈਨੀਫੈਸਟੋ 'ਚ ਲਿਖਿਆ ਸੀ ਪ੍ਰਕਾਸ਼ ਸਿੰਘ ਬਾਦਲ ਨੇ ਕਿ ਅਸੀਂ ਉਹ ਖੂਨੀ ਅਫਸਰਾਂ ਦਾ ਲੇਖਾ ਜੋਖਾ ਕਰਾਂਗੇ। ਇਹਨਾਂ ਨੇ ਤਾਂ ਸੁਮੇਧ ਸੈਣੀ ਨੂੰ ਜਾ ਕੇ ਡੀਜੀਪੀ ਬਣਾਤਾ ਸੀਗਾ। ਸੋ ਇਹ ਲਗਾਤਾਰ ਸਿੱਖ ਕੌਮ ਦੇ ਨਾਲ ਧੋਖਾ ਕਰਦੇ ਆਏ ਆ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਟੀਐਫ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਯਾਨੀ ਕਿ ਰੀਤ ਕੌਰ ਦੇ ਵੱਲੋਂ ਨਿੱਘਾ ਸਵਾਗਤ। ਤਾਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਇਮਾਨ ਸਿੰਘ ਮਾਨ ਜੀ ਪਹੁੰਚੇ ਹੋਏ ਆ। ਆਪਾਂ ਉਹਨਾਂ ਦੇ ਨਾਲ ਇਹਨਾਂ ਮੁੱਦਿਆਂ ਦੇ ਬਾਰੇ ਗੱਲਬਾਤ ਕਰਾਂਗੇ ਜਿਨ੍ਹਾਂ ਨੂੰ ਲੈ ਕੇ ਜੋ ਸਾਡੇ ਸਿੱਖ ਹੈ, ਜੋ ਸਾਡੇ ਪੰਜਾਬੀ ਹੈ, ਸੜਕਾਂ ਦੇ ਉੱਤੇ ਉਤਰਨ ਵਾਸਤੇ ਮੌਜੂਦ ਹੋ ਚੁੱਕੇ ਹੈ, ਤਾਂ ਮਜਬੂਰ ਹੋ ਚੁੱਕੇ ਹੈ। ਤਾਂ ਆਪਾਂ ਗੱਲਬਾਤ ਕਰ ਲੈਂਦੇ ਹਾਂ। ਪਹਿਲਾਂ ਫਤਿਹ ਬੁਲਾ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਪਹਿਲਾਂ ਬਾਪੂ ਜੀ ਹੋਰੀ ਵੀ ਇੱਥੇ ਆ ਕੇ ਗਏ ਨੇ, ਉਹਨਾਂ ਦੀ ਤਾਂ ਉਮਰ ਵੀ ਬਹੁਤ ਜ਼ਿਆਦਾ ਹੋ ਚੁੱਕੀ ਹੈ। ਇਸ ਉਮਰ ਦੇ ਵਿੱਚ ਵੀ ਧਰਨੇ ਲਗਾਉਣ ਲਈ, ਮੋਰਚੇ ਲਗਾਉਣ ਵਾਸਤੇ ਕਿਉਂ ਪੰਜਾਬੀਆਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ? ਸਿੱਖ ਕੌਮ ਨਾਲ ਲਗਾਤਾਰ ਭਾਰਤ ਦੇ ਸੰਵਿਧਾਨ ਨੇ ਵਿਤਕਰਾ ਕੀਤਾ ਹੈ। ਜਿੱਥੇ ਸਾਨੂੰ ਉਜਾੜ ਕੇ ਸਾਡੇ ਗੁਰੂ ਘਰ ਦੂਜੇ ਪਾਸੇ ਬਾਰਡਰ ਦੇ ਛੱਡ ਤੇ, ਉੱਥੇ ਸਾਨੂੰ ਇੱਥੇ ਜਿਹੜੀ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਸੀ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਤੇ ਵੱਖਰੀ ਲੀਹ ਤੇ ਸਾਨੂੰ ਸਿੱਖ ਕੌਮ ਨੂੰ ਤੋਰਿਆ ਸੀ, ਉਹ ਧਾਰਾ 25 ਦੇ ਵਿੱਚ ਸਾਨੂੰ ਹਿੰਦੂ ਬਣਾਤਾ ਹੈਗਾ, ਜੋ ਕਿ ਸਾਡੇ ਗੁਰਸਿੱਖੀ ਦੀ ਸਿਖਲਾਈ ਤੋਂ ਬਿਲਕੁਲ ਬਰਖਲਾਫ ਹੈਗਾ। ਇਸੇ ਤਰ੍ਹਾਂ ਜਿਹੜੇ ਸਾਡੇ ਮਨੁੱਖੀ ਅਧਿਕਾਰ ਹੈਗੇ ਆ ਉਹਦੇ ਉੱਤੇ ਲਗਾਤਾਰ ਉਲੰਘਣਾ ਕੀਤੀ ਗਈ ਹੈ। ਸਾਨੂੰ 1984 'ਚ ਧਾਰਮਿਕ ਸਥਾਨਾਂ ਦੇ ਉੱਤੇ ਸਾਡੇ ਉੱਤੇ ਵਾਰ ਕਰਕੇ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਤੇ। ਦਿੱਲੀ ਦੇ ਵਿੱਚ ਬੇਅੰਤ ਸਿੱਖਾਂ ਦੀ ਬੁੱਚੜਬਾਜ਼ੀ ਕੀਤੀ ਔਰ ਉਹਦਾ ਕੋਈ ਇਨਸਾਫ ਨਹੀਂ ਮਿਲਿਆ। ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਹੋਂਦ ਚਿੱਲੜ 'ਚ ਸਾਨੂੰ ਮਾਰ ਕੇ ਵੱਢ ਕੇ ਸੁੱਟਤਾ। ਉਰੇ KPS ਗਿੱਲ, ਅਜ਼ਾਰ ਆਲਮ, ਰਬੈਰੋ ਵਰਗਿਆਂ ਨੇ ਸਾਡਾ ਸ਼ਰੇਆਮ ਸ਼ਿਕਾਰ ਖੇਡਿਆ ਤੇ ਗੈਰ ਕਾਨੂੰਨੀ ਤੌਰ ਤੇ ਸਾਨੂੰ ਮਾਰ ਕੇ ਉਰੇ ਕੀਤਾ ਹੈਗਾ। ਲਗਾਤਾਰ ਸਾਡੇ ਉੱਤੇ ਜਿਹੜੀ ਪਾਰਟ 3 ਕਨਸਟੀਟਿਊਸ਼ਨ ਹੈ ਉਹ ਇਹੋ ਜਿਹੇ ਕਾਨੂੰਨਾਂ ਨਾਲ ਰੱਦ ਕੀਤੀ ਗਈ ਹੈ, ਜਿਵੇਂ ਟਾਡਾ ਹੋ ਗਿਆ, ਪੋਟਾ ਹੋ ਗਿਆ। ਇਹਦੇ ਨਾਲ ਸਾਡੇ ਡਿਸਟਰਬਡ ਏਰੀਆ ਐਕਟ ਹੋ ਗਿਆ। ਇਹਦੇ ਵਿੱਚ ਸਾਨੂੰ ਬਿਲਕੁਲ ਸਾਡੇ ਮਨੁੱਖੀ ਅਧਿਕਾਰਾਂ ਤੋਂ ਵਾਂਝਾ ਕੀਤਾ ਹੈ। ਸਾਨੂੰ ਰੈਡੀਕਲ ਕਰਕੇ ਸਾਡੇ ਮਨੁੱਖੀ ਅਧਿਕਾਰ ਸਾਡੇ ਘਟਾਏ ਜਾਂਦੇ ਆ। ਸਾਡੇ ਜਿਹੜੇ ਸਿੰਘ ਹੈ ਉਹ ਅੱਜ ਵੀ ਬੰਦੀ ਸਿੰਘ ਅੰਦਰ ਹੈਗੇ ਆ, ਜਿਹਦਾ ਕੋਈ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ, ਜਦ ਕਿ ਉਹ ਆਪਣੀਆਂ ਸਜ਼ਾਵਾਂ ਕੱਟ ਚੁੱਕੇ ਹੈਗੇ ਆ। ਸੋ ਇਹ ਸਾਰੇ ਮੁੱਦਿਆਂ ਨੂੰ ਦੇਖ ਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਜੋ ਹਾਲਾਤ ਹੋਈ ਹੈਗੀ ਹੈ, ਜਿਹੜਾ ਬਰਗਾੜੀ ਮੋਰਚਾ ਹੋਇਆ ਹੈਗਾ, ਜਿਹੜੇ ਸਾਡੇ 328 ਸਰੂਪ ਗਾਇਬ ਕੀਤੇ ਗਏ ਆ, ਇਹ ਹਾਲਾਤ ਨੂੰ ਦੇਖ ਕੇ ਸਾਡੀ ਜਿਹੜੀ ਜਮਹੂਰੀਅਤ ਹੈ ਉਹ ਐਸਜੀਪੀਸੀ ਦੇ ਚੋਣ ਬਿਲਕੁਲ ਬੰਦ ਕੀਤੇ ਹੋਏ ਆ। ਸਾਡੇ ਸਾਰੇ ਸਿਸਟਮ ਤੇ ਢਾਂਚੇ ਇਹਨਾਂ ਨੇ ਖਤਮ ਕਰਤੇ ਹੈਗੇ ਆ। ਇਸ ਕਰਕੇ ਅਸੀਂ ਇਹ ਮੋਰਚਿਆਂ ਤੇ ਮਜਬੂਰ ਹਾਂ। ਤਾਂ ਬਹੁਤ ਵਾਰ ਸੰਘਰਸ਼ ਵੀ ਕੀਤਾ ਗਿਆ ਹੈਗਾ, ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਦੀਆਂ ਗੱਲਾਂ ਵੀ ਕੀਤੀਆਂ ਗਈਆਂ, ਪਰ ਹੋ ਨਹੀਂ ਸਕੀ। ਤੇ ਅਸਲ ਰਾਸਤਾ ਹੁਣ ਕੀ ਹੈ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਦਾ? ਇਹ ਪੂਰੇ ਪੰਥ ਨੂੰ ਇਹਦੇ ਪਿੱਛੇ ਮੋਢਾ ਲਾਣਾ ਪੈਣਾ ਹੈਗਾ। ਜਿਹੜਾ ਵੀ ਸਾਡਾ ਉਰੇ ਕਹਿੰਦਾ ਕਹਾਉਂਦਾ ਨੁਮਾਇੰਦਾ ਬਣ ਕੇ ਜਾਂਦਾ ਸੀ ਉਹ ਸੈਂਟਰ ਨਾਲ ਆਰਐਸਐਸ ਬੀਜੇਪੀ ਕਾਂਗਰਸ ਦੀ ਸੋਚ ਨਾਲ ਮਿਲ ਕੇ ਸਾਨੂੰ ਵੇਚ ਦਿੰਦਾ ਸੀਗਾ, ਆਪਣੀਆਂ ਜਾਇਦਾਦਾਂ ਬਣਾ ਲੈਂਦਾ ਸੀਗਾ, ਜਿਸ ਕਾਰਨ ਸਾਡੀ ਜਿਹੜੀ ਕੌਮੀ ਆਵਾਜ਼ ਹੈ ਉਹ ਬਿਲਕੁਲ ਖਤਮ ਹੋ ਜਾਂਦੀ ਸੀ ਤੇ ਇਹ ਆਪਣੇ ਨਿੱਜ ਫਾਇਦੇ ਲੈ ਕੇ ਘਰਾਂ 'ਚ ਬੈਠ ਜਾਂਦੇ ਸੀਗੇ। ਤਾਂ ਜਿੱਦਾਂ ਮਾਨ ਸਾਹਿਬ ਦੇ ਹੱਥ ਦੇ ਵਿੱਚ ਹੈ ਕਿ ਉਹ ਲਿਖਤੀ ਰੂਪ ਦੇ ਵਿੱਚ ਅੱਗੇ ਕੇਂਦਰ ਸਰਕਾਰ ਨੂੰ ਜਿਹੜਾ ਕਹਿ ਲਓ ਕਿ ਇੱਕ ਤਰ੍ਹਾਂ ਦਾ ਮਤਾ ਪਾ ਸਕਦੇ ਆ ਕਿ ਇਹਨਾਂ ਨੂੰ ਰਿਹਾ ਕੀਤਾ ਜਾਵੇ। ਤਾਂ ਜੇਕਰ ਮਾਨ ਸਾਹਿਬ ਲਿਖ ਕੇ ਭੇਜਦੇ ਆ, ਲਿਖਤੀ ਰੂਪ ਦੇ ਵਿੱਚ ਦਿੰਦੇ ਨੇ, ਤਾਂ ਕੀ ਜੋ ਗਵਰਨਮੈਂਟ ਹੈ, ਸੈਂਟਰ ਗਵਰਨਮੈਂਟ ਹੈ, ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਕੁਝ ਸੋਚ ਵਿਚਾਰ ਕਰ ਸਕਦੀ ਹੈ?
ਬਿਲਕੁਲ ਅਸੀਂ ਲਗਾਤਾਰ ਲਿਖਿਤ ਰੂਪ 'ਚ ਗਵਰਨਰ ਨੂੰ ਮੈਮੋਰੈਂਡਮ ਤਕਰੀਬਨ 1997 ਤੋਂ ਦਿੰਦੇ ਆ ਰਹੇ ਹੈਗੇ ਆ, ਸਰਕਾਰਾਂ ਨੂੰ ਦਿੰਦੇ ਆ ਰਹੇ ਹੈਗੇ ਆ। ਜਦ ਕਿ ਹੁਣ ਮੈਂਬਰ ਪਾਰਲੀਮੈਂਟ ਬਣੇ ਆ, ਉਹਨਾਂ ਨੇ ਜਾ ਕੇ ਪਾਰਲੀਮੈਂਟ 'ਚ ਵੀ ਇਹ ਮੁੱਦਾ ਚੱਕਿਆ ਹੈਗਾ, ਪਰ ਇਹ ਸਰਕਾਰਾਂ ਇੰਨੀਆਂ ਵਿਗੜ ਚੁੱਕੀਆਂ ਕਿ ਇਹ ਆਪਣੇ ਕਾਨੂੰਨ ਨੂੰ ਲਾਗੂ ਕਰਨ ਤੇ ਵੀ ਪਿੱਛੇ ਹਟਦੀਆਂ ਹੈਗੀਆਂ। ਤਾਂ ਬੀਤੇ ਦਿਨ ਧਾਮੀ ਸਾਹਿਬ ਹੋਰਾਂ ਦਾ ਵਿਰੋਧ ਕੀਤਾ ਗਿਆ, ਜੋ ਕਿ ਐਸਜੀਪੀਸੀ ਦੇ ਪ੍ਰਧਾਨ ਨੇ, ਤੇ ਇਹ ਤੋਂ ਪਹਿਲਾਂ ਦਾਦੂਵਾਲ ਹੋਰਾਂ ਦਾ ਵੀ ਵਿਰੋਧ ਕੀਤਾ ਗਿਆ ਇਸ ਮੋਰਚੇ ਦੇ ਦੌਰਾਨ। ਉਸ ਤੇ ਤੁਹਾਡੇ ਕੀ ਰਾਏ ਹੈ? ਤੁਸੀਂ ਆਪਣੇ ਵਿਚਾਰ ਇੱਕ ਵਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਿਓ। ਮੈਂ ਉਹਨਾਂ ਨੂੰ ਪ੍ਰਧਾਨ ਨਹੀਂ ਸਮਝਦਾ, ਕਿਉਂਕਿ ਜਿਹੜਾ ਐਸਜੀਪੀਸੀ ਦਾ ਚੋਣ ਹੈ ਹਰੇਕ 5 ਸਾਲ ਬਾਅਦ ਹੋਣਾ ਚਾਹੀਦਾ ਹੈ, ਔਰ ਇਹ ਬਿਲਕੁਲ ਇਹਨਾਂ ਨੇ ਖਤਮ ਕਰਤੀ ਹੈ ਐਸਜੀਪੀਸੀ। 12 ਸਾਲ ਹੋ ਗਏ ਕੋਈ ਚੋਣ ਨਹੀਂ ਹੋਇਆ। ਜਿਹੜੇ ਬੰਦੇ ਨੂੰ ਸੰਗਤ ਦਾ ਫਤਵਾ ਨਹੀਂ ਮਿਲਿਆ, ਉਹ ਬਾਰ-ਬਾਰ ਸੈਂਟਰ ਦੀ ਸਰਕਾਰ ਦੇ ਸਾਜ਼ਿਸ਼ ਅਧੀਨ ਆਪਣੀ ਪ੍ਰਧਾਨਗੀ ਲਈ ਜਾਂਦਾ ਹੈਗਾ, ਜਦ ਕਿ ਸੰਗਤ ਦੀ ਵੋਟ ਨਹੀਂ ਪੈਂਦੀ ਹੈਗੀ। ਪਹਿਲੀ ਗੱਲ ਤਾਂ ਉਹ ਬਿਲਕੁਲ ਗਲਤ ਰੀਤ ਰਿਵਾਜ ਅਧੀਨ ਆਪਣੇ ਆਪ ਨੂੰ ਪ੍ਰਧਾਨ ਕਹਿ ਰਹੇ ਹੈ। ਇਹਨਾਂ ਨੂੰ ਸੰਗਤ ਵਿੱਚੋਂ ਫਤਵਾ ਲੈ ਕੇ ਫਿਰ ਆਪਣੀ ਪ੍ਰਧਾਨਗੀ ਕਹਿਣੀ ਚਾਹੀਦੀ ਹੈਗੀ ਹੈ। ਜਿੱਥੇ ਤੱਕ ਇਹ ਗੱਲ ਹੈ, ਅਸੀਂ ਜਦ ਐਸਜੀਪੀਸੀ ਦੇ ਕੱਥੂ ਨੰਗਲ ਬਾਬਾ ਬੁੱਢਾ ਜੀ ਦੇ ਪ੍ਰੋਗਰਾਮ 'ਚ ਗਏ ਸੀਗੇ, ਐਸਜੀਪੀਸੀ ਨੇ ਉੱਥੇ ਆਪਣੇ ਬੰਦੇ ਖੜਾ ਕੇ ਗੋਲੀਆਂ ਚਲਾ ਕੇ ਗੈਰ ਕਾਨੂੰਨ ਤੌਰ ਤੇ ਤਲਵਾਰਾਂ ਨਾਲ ਪ੍ਰਧਾਨ ਸਾਹਿਬ ਦੀ ਪੱਗ ਵੀ ਲਾਈ, ਸਾਨੂੰ ਮਾਰਿਆ ਕੁੱਟਿਆ। ਤੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਸੀਗੇ ਉਹ ਕਹਿੰਦੇ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮੰਨਦੇ। ਤੇ ਇਹ ਗੱਲ ਹੁਣ ਇਹਨਾਂ ਨੂੰ ਵਿਚਾਰਨੀ ਪੈਣੀ ਹੈ ਕਿ ਸਿੱਖ ਕੌਮ ਨੂੰ ਆਪਣੇ ਅਕਾਲ ਤਖਤ ਗਿਆਨੀ ਜਿਹੜਾ ਵਿਦਾਂਤੀ ਸੀਗਾ ਉਹਦੇ ਸੋਚ ਤੇ ਤੁਰ ਕੇ ਆਪਣਾ ਇਨਸਾਫ ਲੈਣਾ ਚਾਹੀਦਾ ਹੈ ਕਿ ਉਹ ਗਲਤ ਕਹਿ ਕੇ ਗਏ ਹੈਗੇ ਆ। ਇਹ ਸਾਰੇ ਵਿਦਾਂਤੀ ਦੀਆਂ ਰੀਤਾਂ ਤੋਰੀਆਂ ਹੋਈਆਂ, ਇਹ ਅਕਾਲ ਤਖਤ ਦੇ ਜਥੇਦਾਰ ਨੇ ਇਹ ਕੰਮ ਕਰਾਏ ਹੈਗੇ ਆ। ਸੋ ਹੁਣ ਇਹ ਦੱਸਣ ਕਿ ਇਹ ਰੀਤ ਜਿਹੜੀ ਜਥੇਦਾਰ ਵਿਦਾਂਤੀ ਨੇ ਤੋਰੀ ਹੈਗੀ ਹੈ ਕਿ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮੰਨਤੇ, ਇਹ ਹੁਣ ਜਾਰੀ ਹੋਣੀ ਚਾਹੀਦੀ ਹੈ ਕਿ ਇਹਦੇ ਵਿੱਚ ਕੋਈ ਗਲਤ ਹੈ ਕੰਮ। ਤਾਂ ਜਦੋਂ ਮਾਨ ਸਾਹਿਬ ਅਜੇ ਸੱਤਾ ਦੇ ਵਿੱਚ ਨਹੀਂ ਆਏ ਸੀ, ਹਜੇ ਸਿਰਫ ਚੋਣਾਂ ਦੀਆਂ ਗੱਲਾਂ ਹੋ ਰਹੀਆਂ ਸੀ ਤੇ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਸੀ ਕਿ ਜੇਕਰ ਸਾਡੀ ਜਿੱਤ ਹੋ ਜਾਂਦੀ ਹੈ ਤਾਂ ਅਸੀਂ ਆਪਣੇ ਕੌਮ ਵਾਸਤੇ ਕੰਮ ਕਰਾਂਗੇ। ਪਰ ਇੱਥੇ ਲਗਾਤਾਰ 15-16 ਦਿਨ ਤੋਂ ਮੋਰਚਾ ਲਗਾਇਆ ਗਿਆ, ਪਰ ਇੱਥੇ ਤਾਂ ਮਾਨ ਸਾਹਿਬ ਪਹੁੰਚੇ ਨਹੀਂ। ਸਰਦਾਰ ਸਿਮਰਨਜੀਤ ਸਿੰਘ ਮਾਨ ਉਰੇ ਹੋ ਕੇ ਵੀ ਗਏ ਆ, ਤੁਸੀਂ ਗਲਤ ਬੋਲ ਰਹੇ ਹੋ। ਜੀ ਭਗਵੰਤ ਮਾਨ ਸਾਹਿਬ ਜੀ ਹਾਂ ਉਹ ਹੋਰ ਮਾਨ ਸਾਹਿਬ ਹੈ ਜੀ। ਦੇਖੋ ਜੀ, ਜਿਹੜਾ ਬੰਦਾ ਬਰਗਾੜੀ ਮੋਰਚੇ ਦੇ ਸ਼ੁਰੂਆਤ 'ਚ ਜਦ ਸਾਰੀ ਕੌਮ ਸੋਖ ਮਨਾ ਰਹੀ ਸੀ ਤੇ ਉੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅਧੀਨ ਪਾਠ ਦਾ ਭੋਗ ਪਾ ਰਹੇ ਸੀ, ਉੱਥੇ ਸ਼ਰਾਬ ਪੀ ਕੇ ਡੁੱਲਦਾ ਫਿਰਦਾ ਸੀਗਾ। ਫਿਰ ਉਹ ਕਹਿੰਦਾ ਐਸਜੀਪੀਸੀ ਨੂੰ ਮੱਥਾ ਟੇਕ ਕੇ ਪੈਸੇ ਨਹੀਂ ਚੜਾਣੇ ਹੈਗੇ। ਫਿਰ ਗਾਲਾਂ ਕਰਦਾ ਹੈਗਾ ਕੌਮੀ ਜਿਹੜੀਆਂ ਸੰਸਥਾਵਾਂ ਹੈਗੀਆਂ ਕਿ ਇਹ ਖਰਾਬ ਹੈ। ਜਿਹੜਾ ਕਮਿਊਨਿਸਟ ਵਿਚਾਰਧਾਰਾ ਦਾ ਹੈਗਾ, ਜਿਹੜਾ ਸਿੱਖਾਂ ਦੀ ਜਿਹੜੀ ਸੋਚ ਹੈ ਉਹ ਹੈਗੀ ਆ ਏਕ ਓਂਕਾਰ ਦੀ, ਇੱਕ ਰੱਬ ਦੀ, ਜਿਹਦੇ ਅਧੀਨ ਸਾਰੀ ਮਨੁੱਖਤਾ ਹੈਗਾ। ਉਹ ਵੰਡ ਕੇ ਦੇਵ ਦੇਵਤਿਆਂ ਨੂੰ ਆਪਣੇ ਨੋਟਾਂ ਦੇ ਉੱਤੇ ਮਾਤਾ ਸਤਿਕਾਰਯੋਗ ਲక్ష్ਮੀ ਨੂੰ, ਹਿੰਦੂ ਧਰਮ ਦੇ ਸਤਿਕਾਰਯੋਗ ਲక్ష్ਮੀ ਨੂੰ ਨੋਟ ਦੇ ਉੱਤੇ ਚੜਾ ਕੇ ਉਹਦੇ ਹੁਣ ਸਾਨੂੰ ਮੱਥੇ ਟਿਕਾਉਣਗੇ ਗੁਰਦੁਆਰੇ ਦੇ ਵਿੱਚ, ਜਿਹਦੇ ਵਿੱਚੋਂ ਐਸਜੀਪੀਸੀ ਨੇ ਇਹ ਮੂਰਤੀਆਂ ਕੱਢ ਕੇ ਆਪਣੇ ਗੁਰੂ ਘਰ ਆਜ਼ਾਦ ਕਰਾਏ ਸੀਗੇ। ਇਹ ਸੋਚ ਜਿਹੜੀ ਹੈਗੀ ਬਿਲਕੁਲ ਆਰਐਸਐਸ ਦੀ ਹੈ, ਇਹ ਉਹਦੇ ਕੇਜਰੀਵਾਲ ਦੀ ਹੈ, ਇਹ ਭਗਵੰਤ ਮਾਨ ਦੀ ਹੈ। ਤੇ ਮੇਰਾ ਨਹੀਂ ਖਿਆਲ ਉਹ ਸਿੱਖ ਕੌਮ ਨੂੰ ਖੁਸ਼ਹਾਲ ਦੇਖ ਕੇ ਕੋਈ ਵੀ ਫਾਇਦਾ ਲੈ ਸਕਦਾ। ਜੇ ਸਿੱਖ ਕੌਮ ਦੀ ਖੁਸ਼ਹਾਲੀ ਚਾਹੀਦੀ ਸੀ ਫਿਰ ਇੱਥੇ ਮਾਤਾ ਲక్ష్ਮੀ ਜੀ ਦਾ ਸਤਿਕਾਰਯੋਗ ਨੋਟ ਨਹੀਂ ਸੀ ਚੱਲਣਾ, ਉਰੇ ਨਾਨਕਸ਼ਾਹੀ ਸਿੱਕੇ ਚੱਲਣੇ ਚਾਹੀਦੇ ਸੀ। ਤਾਂ ਪਿਛਲੇ ਸਮਿਆਂ ਦੇ ਵਿੱਚ ਪੰਥਕ ਪਾਰਟੀ ਵੀ ਸੀ, ਬਾਦਲਾਂ ਦੀ ਪਾਰਟੀ, ਤਾਂ ਜਦੋਂ ਸੱਤਾ ਦੇ ਵਿੱਚ ਨਹੀਂ ਆਏ ਸੀ ਤਾਂ ਉਦੋਂ ਕਹਿੰਦੇ ਸੀ ਕਿ ਅਸੀਂ ਜੋ ਬੰਦੀ ਸਿੰਘ ਆ ਉਹਨਾਂ ਨੂੰ ਵੀ ਰਿਹਾ ਕਰਵਾਵਾਂਗੇ, ਜੋ ਬੇਅਦਬੀਆਂ ਹੋਈਆਂ ਉਹਨਾਂ ਦਾ ਵੀ ਇਨਸਾਫ ਦਿਵਾਵਾਂਗੇ। ਪਰ ਪੰਥਕ ਪਾਰਟੀ ਹੋਣ ਦੇ ਬਾਵਜੂਦ ਵੀ ਬੰਦੀ ਸਿੰਘ ਅੱਜ ਵੀ ਜੰਜੀਰਾਂ ਦੇ ਵਿੱਚ ਬੰਦ ਪਏ ਨੇ। ਇਸ ਦਾ ਕੀ ਕਾਰਨ ਵੇਖਦੇ ਹੋ? ਇਹ ਤਾਂ ਹਮੇਸ਼ਾ ਪਾਵਰ 'ਚ ਰਹੇ। ਇਹਦੇ ਤਾਂ ਕਈ ਸਮਾਂ ਨਹੀਂ ਹੋਇਆ ਜਦ ਇਹਨਾਂ ਦੇ ਐਮਐਲਏ ਤੇ ਐਮਪੀ ਨਹੀਂ ਹੈਗੇ। ਅੱਜ ਵੀ ਹੈਗੇ 3 ਮੇਰੇ ਖਿਆਲ ਐਮਐਲਏ ਆ ਤੇ 2 ਐਮਪੀ ਹੈਗੇ। ਇਹ ਸੱਤਾ 'ਚੋਂ ਤੋਂ ਬਾਹਰ ਕਦੀ ਰਹੇ ਨਹੀਂ ਹੈਗੇ। ਸੋ ਪਾਵਰ ਤੋਂ ਬਾਅਦ ਤਾਂ ਇਹਨਾਂ ਨੇ ਜੋ ਵਚਨ ਕੀਤੇ ਨਹੀਂ ਕੀਤੇ ਮੈਨੂੰ ਨਹੀਂ ਪਤਾ ਹੈਗਾ, ਪਰ ਜਿੱਦਣ ਤੋਂ ਇਹਨਾਂ ਨੇ ਪਾਵਰ ਸੰਭਾਲੀ ਹੈ 1996-97 ਚੋਂ, ਇਹਨਾਂ ਨੇ ਆਪਣੇ ਮੈਨੀਫੈਸਟੋ 'ਚ ਲਿਖਿਆ ਸੀ ਪ੍ਰਕਾਸ਼ ਸਿੰਘ ਬਾਦਲ ਨੇ ਕਿ ਅਸੀਂ ਉਹ ਖੂਨੀ ਅਫਸਰਾਂ ਦਾ ਲੇਖਾ ਜੋਖਾ ਕਰਾਂਗੇ। ਇਹਨਾਂ ਨੇ ਤਾਂ ਸੁਮੇਧ ਸੈਣੀ ਨੂੰ ਜਾ ਕੇ ਡੀਜੀਪੀ ਬਣਾਤਾ ਸੀਗਾ। ਸੋ ਇਹ ਲਗਾਤਾਰ
ਸਿੱਖ ਕੌਮ ਦੇ ਨਾਲ ਧੋਖਾ ਕਰਦੇ ਆਏ ਆ। ਇਹਨਾਂ ਨੇ ਕਬਜ਼ੇ ਹਰੇਕ ਚੀਜ਼ ਤੇ ਕੀਤੇ ਆ। ਪੀਟੀਸੀ ਚੈਨਲ, ਗੁਰੂ ਕੀ ਬਾਣੀ ਦੇ ਸਿਰ ਦੇ ਉੱਤੇ ਇਹਨਾਂ ਨੇ ਪੈਸੇ ਇਕੱਠੇ ਕਰ ਰਹੀ ਹੈ। ਅਕਾਲ ਤਖਤ ਹਰਮੰਦਰ ਸਾਹਿਬ ਤੋਂ ਕੀਰਤਨ ਦਰਬਾਰ, ਮਹਾਰਾਜ ਦੇ ਬਚਨ, ਸਭ ਕੁਝ ਇਹ ਟੈਲੀਵਾਈਜ਼ ਕਰਕੇ ਪੈਸੇ ਐਡਵਰਟਾਈਜ਼ਮੈਂਟ ਰਾਹੀਂ ਇਕੱਠੇ ਕਰ ਰਹੇ ਆ। ਇਹਨਾਂ ਨੇ ਤਾਂ ਕੌਮ ਨੂੰ ਵਰਤਿਆ। ਗੁਰੂ ਕੀ ਗੋਲਕ ਗਰੀਬ ਦਾ ਮੂੰਹ। ਇਹ ਤਾਂ ਗੁਰਪੁਰਬ ਦੀ ਥਾਂ ਪ੍ਰਕਾਸ਼ ਸਿੰਘ ਬਾਦਲ ਦੇ ਹੈਪੀ ਬਰਥਡੇ ਤੇ ਲੰਗਰ ਚਲਾ ਰਹੇ ਹੈਗੇ ਆ। ਇਹਨਾਂ ਨੇ ਕਾਲਜਾਂ ਸਕੂਲਾਂ ਦੇ ਉੱਤੇ ਕਬਜ਼ੇ ਕੀਤੇ ਹੋਏ ਹੈਗੇ ਆ। ਇਹਨਾਂ ਦੇ ਬੱਚੇ ਮੁਫਤ ਪੜ੍ਹਦੇ ਹੈਗੇ ਆ ਐਸਜੀਪੀਸੀ ਦੇ ਖੇਮੇ ਚੋਂ। ਇਹਨਾਂ ਨੇ ਜ਼ਮੀਨਾਂ ਜਾਇਦਾਦਾਂ ਗੁਰੂ ਘਰ ਦੀਆਂ ਉਹ ਘੱਟ ਰੇਟ ਤੇ ਠੇਕਿਆਂ ਤੇ ਆਪਣੇ ਚਹੇਤਿਆਂ ਨੂੰ ਦਿੱਤੀਆਂ ਹੋਈਆਂ। ਹਰੇਕ ਪੱਖੋਂ ਤੁਹਾਨੂੰ ਵਰਤਿਆ। ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ। ਜਿੱਦਾਂ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਜੋ ਸਾਡੇ ਵਿਧਾਇਕ ਹੈ, ਤੁਸੀਂ ਉਹਨਾਂ ਨੂੰ ਸਵਾਲ ਕਰਨ ਵਾਲੇ ਬਣੋ। ਸਾਡੇ ਵਿਧਾਇਕ ਜਿਹੜੇ ਆ ਆਪਣੇ ਆਪ ਜਵਾਬ ਦੇਣਗੇ। ਪਰ ਜਦੋਂ ਕਿ ਸੰਗਤਾਂ ਦੇ ਵੱਲੋਂ, ਪੰਜਾਬੀਆਂ ਦੇ ਵੱਲੋਂ ਕੋਈ ਸਵਾਲ ਕੀਤਾ ਜਾਂਦਾ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਇੱਕ ਤਰੀਕੇ ਨਾਲ। ਉਹਨਾਂ ਤੇ ਪਰਚੇ ਵੀ ਜਿਹੜੇ ਆ ਦਰਜ ਕੀਤੇ ਜਾਂਦੇ ਆ। ਤਾਂ ਹੁਣ ਜੋ ਸਾਡੀਆਂ ਸੰਗਤਾਂ ਨੇ, ਸਾਡੇ ਪੰਜਾਬੀ, ਕਿਹਨਾਂ ਨੂੰ ਜਾ ਕੇ ਸਵਾਲ ਕਰਨ? ਜਿਹੜੇ ਵੀ ਮੁੱਦੇ ਅੱਜ ਅਸੀਂ ਜਿਨ੍ਹਾਂ ਮੋਰਚਿਆਂ ਤੇ ਆ ਰਹੇ ਹਾਂ, ਉਹ ਅੱਜ ਦੇ ਨਹੀਂ ਹੈਗੇ। ਇਹ ਪਿਛਲੇ 5-10 ਸਾਲਾਂ ਦੇ ਚੱਲਦੇ ਆ ਰਹੇ ਆ। ਇਹ ਸਮਾਂ ਸੀਗਾ ਜਦ ਹੋਰ ਸਰਕਾਰਾਂ ਸੀ, ਉਹੀ ਪਾਰਟੀ ਉਰੇ ਆ ਕੇ ਮੂਹਰੇ ਹੁੰਦੀ ਸੀ ਕਿ ਅਸੀਂ ਇਹ ਦਵਾਵਾਂਗੇ। ਹੁਣ ਇਹ ਪਿੱਛੇ ਹੋ ਕੇ ਕੁਝ ਕਰ ਨਹੀਂ ਰਹੇ ਹੈਗੇ। ਸੋ ਮੈਂ ਸਮਝਦਾ ਹੈਗਾ ਕਿ ਇਹਨਾਂ ਨੇ ਝੂਠ ਫੈਲਾਇਆ ਹੈਗਾ ਤੇ ਇਹ ਆਪਣੀ ਗੱਲ ਦੇ ਉੱਤੇ ਸੱਚੇ ਨਹੀਂ ਉਤਰੇ, ਜਿਵੇਂ ਤੁਸੀਂ ਦੱਸ ਰਹੇ ਹੋ। ਕੋਈ ਸਾਡੀਆਂ ਸੰਗਤਾਂ ਵਾਸਤੇ ਖਾਸ ਅਪੀਲ ਹੋਵੇ, ਕੋਈ ਖਾਸ ਸੰਦੇਸ਼? ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਿੱਖ ਗੁਰਦੁਆਰਾ ਐਕਟ 1925 ਜਿਹੜਾ ਕਿ ਕਹਿੰਦਾ 5 ਸਾਲ ਬਾਅਦ ਚੋਣ ਹੋਣੇ ਚਾਹੀਦੇ ਆ, ਉਹ ਸੈਂਟਰ ਦੀ ਸਰਕਾਰ ਨੇ ਲਾਗੂ ਨਹੀਂ ਕੀਤਾ। 26 ਜਨਵਰੀ ਨੂੰ ਰਿਪਬਲਿਕ ਡੇ, ਕਨਸਟੀਟਿਊਸ਼ਨ ਲਾਗੂ ਕਰਨ ਦਾ ਡੇ ਹੁੰਦਾ, ਜਿਹਦੇ ਵਿੱਚ ਇੱਕ ਡੈਮੋਕ੍ਰੈਟਿਕ ਸਰਕਾਰ ਚੁਣਨ ਦਾ ਸੰਵਿਧਾਨ ਦਾ ਫੈਸਲਾ ਸੀਗਾ। ਅੱਜ ਸਾਡੇ ਗੁਰਦੁਆਰਾ 12 ਸਾਲ ਚੋਣਾਂ ਤੋਂ ਵਾਂਝੇ ਹੈਗੇ ਆ, ਜਿੱਥੇ ਕਿ ਪਾਰਲੀਮੈਂਟ 17 ਵਾਰੀ ਚੋਣ ਕਰ ਚੁੱਕੀ ਹੈ। ਸਾਡੇ ਸਿਰਫ 8 ਵਾਰੀ ਚੋਣ ਹੋਏ ਆ, ਜਦ ਕਿ ਐਸਜੀਪੀਸੀ ਬਣੀ ਸੀ 1925 'ਚ ਤੇ ਪਾਰਲੀਮੈਂਟ 1952 'ਚ। ਸੋ ਸਾਡੀ ਜਿਹੜੀ ਜਮਹੂਰੀਅਤ ਹੈ ਬਿਲਕੁਲ ਭੰਗ ਕੀਤੀ ਗਈ ਹੈ। ਸਾਡੇ ਗੁਰੂ ਘਰਾਂ ਦੇ ਉੱਤੇ ਕਬਜ਼ੇ ਕੀਤੇ ਗਏ ਆ, ਸਾਡੀਆਂ ਆਜ਼ਾਦੀਆਂ ਰੋਕੀਆਂ ਗਈਆਂ। ਸਾਡੇ ਬੰਦੀ ਸਿੰਘ ਇਹਨਾਂ ਨੇ ਗੈਰ ਕਾਨੂੰਨੀ ਤੌਰ ਨਾਲ ਅੰਦਰ ਰੱਖੇ ਹੋਏ ਹੈਗੇ ਆ। ਸਾਡੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ। ਸਾਡੇ ਗੁਰੂ ਸਾਹਿਬ ਅੱਜ ਲਾਪਤਾ ਹੈਗੇ ਆ। 328 ਸਰੂਪ ਕਿਸੇ ਨੂੰ ਨਹੀਂ ਪਤਾ। ਮੈਂ ਕੌਮ ਨੂੰ ਅਪੀਲ ਕਰਦਾ ਐਤਕੀ 26 ਜਨਵਰੀ ਨੂੰ ਖਾਲਸੇ ਝੰਡੇ ਲੈ ਕੇ ਮਾਰਚ ਹਰੇਕ ਥਾਂ ਕਰਨ। ਅਸੀਂ ਖਾਸ ਤੌਰ ਤੇ ਬਰਗਾੜੀ 'ਚ, ਜਲੰਧਰ 'ਚ ਤੇ ਤਰਨਤਾਰਨ ਸਾਹਿਬ ਦੇ ਵਿੱਚ ਮਾਰਚਾਂ ਕੱਢਾਂਗੇ, ਜਿਹੜਾ ਅਸੀਂ ਰਿਪਬਲਿਕ ਡੇ ਨੂੰ ਇਹ ਦੇਸ਼ ਨੂੰ ਕਵਾਂਗੇ ਕਿ ਤੁਸੀਂ ਆਪ ਦੀ ਜਮਹੂਰੀਅਤ ਦਾ ਤਾਂ ਬਹੁਤ ਵੱਡਾ ਸੈਲੀਬ੍ਰੇਸ਼ਨ ਕਰਦੇ ਹੋ, ਪਰ ਸਾਡੀ ਜਮਹੂਰੀਅਤ ਖਤਮ ਕੀਤੀ ਹੈ। ਅਸੀਂ ਖਾਲਸਾਈ ਝੰਡੇ ਦੇ ਨਾਲ ਮਾਰਚਾਂ ਕਰਾਂਗੇ। ਜੀ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ। ਮਿਹਰਬਾਨੀ। ਵਾਹਿ ਖਾਲਸਾ ਵਾਹਿ ਫਤਿਹ। ਜੀ ਤਾਂ ਆਪਾਂ ਹੁਣੇ ਗੱਲਬਾਤ ਕੀਤੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਜੀ ਹੋਰਾਂ ਦੇ ਨਾਲ, ਜੋ ਇੱਥੇ ਅੱਜ ਕੌਮੀ ਇਨਸਾਫ ਮੋਰਚੇ ਦੇ ਉੱਤੇ ਡਟ ਕੇ ਸੰਘਰਸ਼ ਕਰ ਰਹੇ ਆ। ਤੇ ਉਹਨਾਂ ਦਾ ਇਹ ਕਹਿਣਾ ਕਿ ਅੱਗੇ ਵੀ ਉਹਨਾਂ ਦਾ ਸੰਘਰਸ਼ ਜੋ ਹੈ ਇਸੇ ਤਰੀਕੇ ਨਾਲ ਜਾਰੀ ਰਹੇਗਾ। ਜਦੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ, ਉਦੋਂ ਤੱਕ ਇਹ ਸੰਘਰਸ਼ ਵੀ ਜਾਰੀ ਰਹੇਗਾ। ਤੇ ਮੋਰਚੇ ਦੇ ਉੱਤੇ ਜੋ ਸੰਗਤਾਂ ਡਟੀਆਂ ਹੋਈਆਂ ਨੇ, ਉਹ ਵੀ ਆਪਣੇ ਘਰਾਂ ਨੂੰ ਨਹੀਂ ਜਾਣਗੀਆਂ, ਬਲਕਿ ਇੱਥੇ ਹੀ ਸੰਘਰਸ਼ ਜਿਹੜਾ ਕੀਤਾ ਜਾਵੇਗਾ। ਤਾਂ ਲਗਾਤਾਰ ਤੁਹਾਡੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਦੇ ਤਸਵੀਰਾਂ ਸਾਂਝੀਆਂ ਕਰਦੇ ਰਵਾਂਗੇ। ਜੁੜੇ ਰਹੋ TF ਨਿਊਜ਼ ਦੇ ਨਾਲ।